ਅੱਜ ਦੇ ਇਸ ਲੈਕਚਰ ਦੇ ਵਿੱਚ ਫਿਰ ਤੋਂ ਤੁਹਾਡਾ ਸਵਾਗਤ। ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਚੰਗਾ ਲੱਗੇ ਲਾਈਕ ਕਰਿਓ। ਅਖੌਤਾਂ 12ਵੀਂ ਜਮਾਤ ਲਾਜ਼ਮੀ ਪੰਜਾਬੀ ਭਾਗ 3, ਇਸ ਵਿੱਚ 11 ਤੋਂ 15 ਤੱਕ ਦੀਆਂ ਅਖੌਤਾਂ ਜਿਹੜੀਆਂ ਕਿ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹਨ, ਉਹਨਾਂ ਬਾਰੇ ਅਸੀਂ ਗੱਲਬਾਤ ਕਰਨੀ ਹੈ। ਬਹੁਤ ਜ਼ਰੂਰੀ ਅਖੌਤਾਂ ਪੰਜਾਬੀ ਸੱਭਿਆਚਾਰ ਦਾ, ਪੰਜਾਬੀ ਵਿਰਸੇ ਦਾ ਅੰਗ ਹਨ। ਆਮ ਜੋ ਬੋਲਚਾਲ ਦੇ ਵਿੱਚ ਇਸ ਦੀ ਵਰਤੋਂ ਵੀ ਕਰਨੀ ਹੈ, ਸਮਝਣਾ ਵੀ ਹੈ ਤੇ ਰੱਟਾ ਨਹੀਂ ਲਾਉਣਾ। ਰੱਟਾ ਲਾਉਣ ਦਾ ਕੋਈ ਫਾਇਦਾ ਨਹੀਂ, ਸਮਝ ਨੂੰ ਵਿਕਸਿਤ ਕਰਨਾ। ਸਵੈ ਭਰੋਸਾ, ਇਸ ਅਖੌਤ ਨੂੰ ਪੂਰੀਆਂ ਕਰੋ ਜੀ। ਸਵੈ ਭਰੋਸਾ ਵੱਡਾ ਤੋਸਾ। ਤੋਸਾ ਕੀ ਹੁੰਦਾ ਹੈ? ਭਰੋਸਾ ਕੀ ਹੁੰਦਾ ਹੈ? ਭਰੋਸਾ ਹੁੰਦਾ ਵਿਸ਼ਵਾਸ। ਸਵੈ ਭਰੋਸਾ ਹੁੰਦਾ, ਸਵੈ ਭਰੋਸੇ ਨੂੰ ਅਸੀਂ ਕਹਿ ਸਕਦੇ ਹਾਂ ਆਤਮ ਵਿਸ਼ਵਾਸ, ਆਪਣੇ ਆਪ ਤੇ ਵਿਸ਼ਵਾਸ। ਵੱਡਾ ਤੋਸਾ, ਤੋਸਾ ਕੀ ਹੈ? ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਦੂਰ ਦਾ ਸਫ਼ਰ ਕਰਨਾ ਹੁੰਦਾ ਸੀ ਤੇ ਨਾਲ ਖਾਣ ਪੀਣ ਦੀ ਸਮੱਗਰੀ ਵੀ ਦੇ ਦਿੰਦੇ, ਖਜ਼ਾਨਾ ਦੇ ਦਿੰਦੇ ਸੀ ਕਿ ਕਿਤੇ ਲੋੜ ਵੇਲੇ ਕੰਮ ਆ ਸਕਦਾ। ਤੋਸਾ ਕਹਿੰਦੇ ਸੀ ਉਸ। ਸੋ ਵਰਤੋਂ ਸਥਿਤੀ ਕੀ ਹੈ? ਆਤਮ ਵਿਸ਼ਵਾਸ ਦੀ ਮਹਾਨਤਾ ਦੱਸਣੀ ਹੋਵੇ। ਸੋ ਤੋਸਾ ਸਫ਼ਰ ਲਈ ਦਿੱਤਾ ਗਿਆ ਖਰਚ, ਸਫ਼ਰ ਸਮੇਂ ਨਾਲ ਖਰਚ ਜੋ ਪੈਸਾ ਧੇਲਾ ਨਾਲ ਲਿਆ ਜਾਂਦਾ ਸੀ ਉਸ ਨੂੰ ਤੋਸਾ ਕਹਿੰਦੇ ਸੀ। ਕਿ ਜਦੋਂ ਕਿਸੇ ਮੰਜ਼ਿਲ ਨੂੰ ਤੁਸੀਂ ਸਾਰ ਕਰਨਾ ਹੋਵੇ ਤਾਂ ਸਭ ਤੋਂ ਵੱਡਾ ਤੁਹਾਡਾ ਖਜ਼ਾਨਾ ਤੁਹਾਡਾ ਆਤਮ ਵਿਸ਼ਵਾਸ ਹੈ। ਇਸ ਗੱਲ ਦੀ ਮਹਾਨਤਾ ਨੂੰ ਦੱਸਣ ਦੇ ਲਈ ਇਸ ਅਖੌਤ ਦੀ ਵਰਤੋਂ ਕਰਦੇ ਹਾਂ। ਸਵੈ ਭਰੋਸਾ ਵੱਡਾ ਤੋਸਾ ਵਾਕ 'ਚ ਕਿਵੇਂ ਵਰਤਾਂਗੇ? ਨਵਰੀਤ ਨੇ PCS ਦੀ ਮੁੱਖ ਪ੍ਰੀਖਿਆ ਪਾਸ ਕਰ ਲਈ, ਪਰ ਇੰਟਰਵਿਊ ਤੇ ਜਾਣ ਸਮੇਂ ਉਹ ਥੋੜਾ ਘਬਰਾ ਰਹੀ ਸੀ ਤਾਂ ਉਸ ਤੇ ਮਾਤਾ ਜੀ ਨੇ ਉਸ ਨੂੰ ਕਿਹਾ, ਤੂੰ ਬਹੁਤ ਮਿਹਨਤ ਕੀਤੀ ਹੈ, ਤੇਰੀ ਇੰਟਰਵਿਊ ਵੀ ਵਧੀਆ ਹੋਵੇਗੀ, ਪਰ ਤੂੰ ਆਪਣਾ ਆਤਮ ਵਿਸ਼ਵਾਸ ਕਾਇਮ ਰੱਖੀ, ਕਿਉਂਕਿ ਸਿਆਣਿਆਂ ਨੇ ਕਿਹਾ ਸਵੈ ਭਰੋਸਾ ਵੱਡਾ ਤੋਸਾ ਹੈ। ਆਮ ਗੱਲਬਾਤ ਅਸੀਂ ਕਿਵੇਂ ਕਰ ਸਕਦੇ ਹਾਂ? ਅਧਿਆਪਕ ਨੇ ਆਪਣੇ ਵਿਦਿਆਰਥੀਆਂ ਨੂੰ ਬੋਰਡ ਦੇ ਇਮਤਿਹਾਨਾਂ ਤੋਂ ਪਹਿਲਾਂ ਪ੍ਰੇਰਨਾ ਦਿੰਦਿਆਂ ਕਿਹਾ ਕਿ ਵਿਦਿਆਰਥੀਓ, ਪੇਪਰ ਦਿੰਦੇ ਸਮੇਂ ਘਬਰਾਉਣਾ ਨਹੀਂ ਹੈ। ਤੁਸੀਂ ਸਾਰਾ ਵਧੀਆ ਤਰੀਕੇ ਨਾਲ ਪੜ੍ਹਿਆ ਹੈ, ਤੁਹਾਨੂੰ ਸਮਝ ਹੈ, ਹਰ ਪ੍ਰਸ਼ਨ ਦਾ ਜਵਾਬ ਤੁਸੀਂ ਦੇ ਸਕਦੇ ਹੋ। ਆਪਣੇ ਸਵੈ ਵਿਸ਼ਵਾਸ ਦੇ ਨਾਲ, ਭਰੋਸੇ ਦੇ ਨਾਲ ਇਮਤਿਹਾਨ ਦੇਣੇ ਆ, ਕਿਉਂਕਿ ਸਵੈ ਭਰੋਸਾ ਵੱਡਾ ਤੋਸਾ। ਅਗਲੀ ਅਖੌਤ, ਸਾਰਾ ਜਾਂਦਾ ਵੇਖੀਏ, ਹਾਂਜੀ ਅੱਧਾ ਦੇਈਏ ਵੰਡ। ਜਦੋਂ ਸਾਰੀ ਚੀਜ਼ ਨੇ ਚੱਲ ਜਾਣਾ ਤੇ ਫਿਰ ਥੋੜ੍ਹੀ ਬਹੁਤੀ ਚੀਜ਼ ਵੰਡ ਦੇਣੀ ਚੰਗੀ ਹੁੰਦੀ ਹੈ। ਸਾਰੇ ਬਹੁਤੇ ਘੱਟ ਨੁਕਸਾਨ ਕਰਵਾ ਕੇ ਜੇ ਬਹੁਤਾ ਨੁਕਸਾਨ ਹੋਣੋਂ ਬਚਾਇਆ ਜਾ ਸਕਦਾ ਹੈ ਤਾਂ ਉਹ ਕਾਰਜ ਕਰ ਲੈਣਾ ਚਾਹੀਦਾ ਹੈ। ਕਿਵੇਂ? ਪ੍ਰਤਾਪ ਸਿੰਘ ਨੰਬਰਦਾਰ ਦੀ ਕੁਝ ਜ਼ਮੀਨ ਸਰਕਾਰ ਵੱਲੋਂ ਬਲੈਕ ਲਿਸਟਡ ਕੀਤੇ ਜਾਣ ਦੀ ਖਬਰ ਸੁਣ ਕੇ ਉਸਨੇ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ। ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਪ੍ਰਤਾਪ ਸਿੰਘ ਕੋਲ ਬਲੈਕ ਮਨੀ ਬਹੁਤ ਜ਼ਿਆਦਾ ਸੀ। ਜਦੋਂ ਦੇਖਿਆ ਕਿ ਸਰਕਾਰ ਬਹੁਤ ਸਖਤ ਹੋ ਗਈ ਹੈ, ਟੈਕਸ ਦੇਣਾ ਪੈਣਾ 30% ਦੇ ਕਰੀਬ, ਤਾਂ ਉਸ ਨੇ ਕੀ ਕੀਤਾ, ਆਪਣੀ ਬਲੈਕ ਮਨੀ ਨੂੰ ਵਾਈਟ ਕਰਨ ਦੇ ਲਈ ਸਰਕਾਰ ਨੂੰ ਪੇਸ਼ਕਸ਼ ਕਰ ਦਿੱਤੀ ਕਿ ਉਹ ਇਸ ਬਲੈਕ ਮਨੀ ਦਾ 30% ਟੈਕਸ ਦੇਣਾ ਚਾਹੁੰਦਾ ਹੈ। ਤੇ ਉਸ ਨੇ 30% ਟੈਕਸ ਦੇ ਕੇ ਆਪਣੀ ਵਾਧੂ ਜਿਹੜੀ ਬਲੈਕ ਮਨੀ ਸੀ ਉਹਨੂੰ ਵਾਈਟ ਕਰ ਲਿਆ, ਤੇ ਬਲੈਕ ਮਨੀ ਜਿਹੜੀ ਸਾਰੀ ਹੀ ਉਹਦੇ ਹੱਥੋਂ ਚੱਲ ਜਾਣੀ ਸੀ ਉਸ ਨੂੰ ਵਾਈਟ ਕਰਕੇ ਆਪਣੀ ਰਹਿੰਦੀ ਰਕਮ ਵੀ ਬਚਾ ਲਈ। ਤੇ ਸਾਰਾ ਜਾਂਦਾ ਵੇਖੀਏ ਅੱਧਾ ਦੇਈਏ ਵੰਡ ਅਨੁਸਾਰ ਉਸਨੇ ਇੱਕ ਚੰਗੀ ਸੋਚ ਦੇ ਨਾਲ ਆਪਣੇ ਦੂਸਰੇ ਧਨ ਨੂੰ ਵੀ ਬਚਾ ਲਿਆ। ਸੇਰ ਦੁੱਧ ਤੇ 20 ਸੇਰ ਪਾਣੀ, ਸੇਰ ਕਿਲੋ ਕੁ ਦੁੱਧ ਹੋਵੇ ਤੇ 20 ਲੀਟਰ ਦੇ ਕਰੀਬ ਪਾਣੀ ਹੋਵੇ, ਉਹਦੇ 'ਚ ਕੀ ਹੁੰਦਾ? ਘੁੰਮਰ ਘੁੰਮਰ ਫਿਰੇ ਮਧਾਣੀ। ਤੇ ਮਧਾਣੀ ਜਿੰਨੀ ਮਰਜ਼ੀ ਅਸੀਂ ਰਿੜਕੀਏ ਉਹਦੀ ਸਪੀਡ ਤੇ ਫਿਰ ਵੱਧ ਹੋਣੀ ਹੈ, ਉਹਦਾ ਫਾਇਦਾ ਕੋਈ ਨਹੀਂ ਹੁੰਦਾ, ਬਹੁਤਾ ਫਾਇਦਾ ਨਹੀਂ ਹੁੰਦਾ। ਨਿਗੁਣੀ ਚੀਜ਼ ਦਾ ਹੱਦੋਂ ਵੱਧ ਪ੍ਰਚਾਰ ਕਰੀ ਜਾਣਾ। ਨਿਗੁਣੀ ਨੇ ਨਿਗੁਣੀ ਰਹਿਣਾ, ਉਹਨੇ ਦੁੱਧ ਦਹੀਂ ਪਨੀਰ ਨਹੀਂ ਬਣ ਜਾਣਾ। ਜਾਂ 1 ਕਿਲੋ ਦੁੱਧ ਹੋਵੇ ਤੇ 20 ਕਿਲੋ ਵਿੱਚ ਪਾਣੀ ਪਾ ਦਈਏ ਤੇ ਤੁਸੀਂ ਸਮਝਦੇ ਹੋ ਕਿ ਉਹਦੀ ਲੱਸੀ ਬਣ ਜਾਊਗੀ? ਨਹੀਂ ਬਣੂਗੀ। ਭਾਵ ਥੋੜ੍ਹੀ ਚੀਜ਼, ਨਿਗੁਣੀ ਚੀਜ਼, ਉਸਦਾ ਜਿੰਨਾ ਮਰਜ਼ੀ ਹੱਦੋਂ ਵੱਧ ਪ੍ਰਚਾਰ ਕਰ ਦਿਓ, ਫਾਇਦੇਮੰਦ ਨਹੀਂ ਹੁੰਦਾ, ਉਹ ਗੁਣਕਾਰੀ ਨਹੀਂ ਬਣਦੀ, ਉਹ ਨਿਗੁਣੀ ਹੀ ਰਹਿਣੀ ਹੈ। ਤੋਂ ਵਾਕ ਕੀ ਬਣਦਾ ਅੱਗੇ? ਰਾਣੀ ਆਪਣੇ ਅਮਰੀਕਾ ਗਏ ਪੁੱਤਰ ਦੀਆਂ ਤੇ ਉਸਦੀ ਚੰਗੀ ਤਨਖਾਹ ਦੀਆਂ ਸਿਫਤਾਂ ਕਰਕੇ ਚਲੀ ਗਈ ਤਾਂ ਉਸਦੀ ਗੁਆਂਢਣ ਦੂਜੀ ਗੁਆਂਢਣ ਨੂੰ ਕਹਿਣ ਲੱਗੀ, ਲੈ ਦੇਖ ਸੇਰ ਦੁੱਧ ਤੇ 20 ਸੇਰ ਪਾਣੀ, ਘੁੰਮਰ ਘੁੰਮਰ ਫਿਰੇ ਮਧਾਣੀ। ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਕਿ ਇਹਦਾ ਮੁੰਡਾ ਤਾਂ ਕਿਸੇ ਹੋਟਲ ਵਿੱਚ ਸਫਾਈ ਦਾ ਕੰਮ ਕਰਦਾ ਹੈ। ਤੇ ਸਿਫਤਾਂ ਵਿਦੇਸ਼ ਦੀਆਂ ਕਰੀ ਜਾਂਦੇ ਨੇ।
ਇਸ ਦੀ ਜਗ੍ਹਾ ਤੇ ਤੁਸੀਂ ਕੋਈ ਹੋਰ ਅਖੌਤ ਆਪਣੇ ਆਪ ਵਾਕ ਦੇ ਵਿੱਚ, ਆਪਣੇ ਮੌਲਿਕ ਵਾਕ 'ਚ ਵਰਤ ਸਕਦੇ ਹੋ। ਹੱਥ ਨੂੰ ਹੱਥ ਧੋਂਦਾ ਹੈ, ਹੱਥ ਨੂੰ ਹੱਥ ਧੋਂਦਾ ਹੈ। ਇੱਕ ਦੂਸਰੇ ਦੇ ਸਹਿਯੋਗ ਦੀ ਮਹਾਨਤਾ ਦੱਸਣੀ ਹੋਵੇ ਤੇ ਇਸ ਅਖੌਤ ਦੀ ਅਸੀਂ ਵਰਤੋਂ ਕਰਦੇ ਹਾਂ ਕਿ ਇੱਕ ਹੱਥ ਬਿਨਾਂ ਦੂਜੇ ਹੱਥ ਨੂੰ ਅਸੀਂ ਧੋ ਨਹੀਂ ਸਕਦੇ। ਸਧਾਰਨ ਅਰਥ ਅਖੌਤ ਦੇ, ਡੂੰਘੇ ਅਰਥ ਕੀ ਨੇ, ਪੀੜ੍ਹੀਆਂ ਦਾ ਤਜਰਬਾ ਕੀ ਇਹਦੇ ਵਿੱਚ, ਇਹ ਦੱਸਣਾ ਹੋਵੇ ਕਿ ਆਪਸੀ ਸਹਿਯੋਗ ਦੀ ਮਹਾਨਤਾ ਹੁੰਦੀ ਆ। ਆਪਸੀ ਸਹਿਯੋਗ ਬਹੁਤ ਮਹੱਤਵਪੂਰਨ ਹੁੰਦਾ ਹੈ, ਉਦੋਂ ਇਸ ਅਖੌਤ ਦੀ ਵਰਤੋਂ ਕਰਦੇ ਹਾਂ। ਗਿਆਨੀ ਜੀ ਨੇ ਆਨੰਦ ਕਾਰਜ ਸਮੇਂ ਨਵੀਂ ਵਿਆਹੀ ਜੋੜੀ ਨੂੰ ਸਿੱਖਿਆ ਦਿੰਦਿਆਂ ਕਿਹਾ, ਬੱਚਿਓ ਤੁਸੀਂ ਧਿਆਨ ਰੱਖਣਾ, ਪਤੀ ਪਤਨੀ ਵਿੱਚੋਂ ਕੋਈ ਵੀ ਦੁਖੀ ਹੋਵੇ ਤਾਂ ਇਕੱਲੇ ਇਕੱਲੇ ਖੁਸ਼ ਨਹੀਂ ਰਹਿ ਸਕੋਗੇ। ਜੇ ਤੁਸੀਂ ਦੋਵੇਂ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤਾਂ ਹੀ ਖੁਸ਼ ਰਹੋਗੇ। ਇਹ ਜ਼ਿੰਦਗੀ ਦੀ ਅਟੱਲ ਸੱਚਾਈ ਹੈ ਕਿ ਹੱਥ ਨੂੰ ਹੱਥ ਧੋਂਦਾ। ਅਧਿਆਪਕ ਨੇ ਆਪਣੇ ਵਿਦਿਆਰਥੀਆਂ ਨੂੰ ਕਿਹਾ ਕਿ ਪਿਆਰੇ ਵਿਦਿਆਰਥੀਓ, ਇੱਕ ਦੂਸਰੇ ਦੀ ਮਦਦ ਕਰਿਆ ਕਰੋ। ਜਦੋਂ ਤੁਸੀਂ ਇੱਕ ਦੀ ਮਦਦ ਕਰਦੇ ਹੋ, ਉਹ ਦੂਸਰਾ ਵੀ ਤੁਹਾਡੀ ਮਦਦ ਕਰਦਾ, ਉਸ ਦੇ ਨਾਲ ਤੁਹਾਡਾ ਵਿਕਾਸ ਹੁੰਦਾ ਹੈ। ਇਸੇ ਕਰਕੇ ਸਿਆਣਿਆਂ ਨੇ ਕਿਹਾ, ਹੱਥ ਨੂੰ ਹੱਥ ਧੋਂਦਾ ਹੈ। ਅਗਲੀ ਅਖੌਤ, ਸੰਗ ਤਾਰੇ। ਸੰਗਤ, ਚੰਗੀ ਸੰਗਤ ਤਾਰ ਦਿੰਦੀ ਹੈ ਤੇ ਕੁਸੰਗ ਡੋਬੇ, ਮਾੜੀ ਸੰਗਤ ਡੋਬ ਦਿੰਦੀ ਹੈ। ਕਿੱਥੇ ਵਰਤਦੇ ਆ ਇਸ ਅਖੌਤ ਨੂੰ? ਜਿਹੋ ਜਿਹੀ ਸੰਗਤ ਉਹੋ ਜਿਹਾ ਪ੍ਰਭਾਵ। ਚੰਗੀ ਸੰਗਤ ਦਾ ਚੰਗਾ ਪ੍ਰਭਾਵ, ਮਾੜੀ ਸੰਗਤ ਦਾ ਮਾੜਾ ਪ੍ਰਭਾਵ। ਉਹ ਮੁਸ਼ਕਲ ਨਾਲ ਪਾਸ ਹੋਇਆ, ਖੁਸ਼ਪ੍ਰੀਤ ਵਧੀਆ ਬੱਚਾ ਹੈ, ਪਰ ਉਸਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਅਧਿਆਪਕ ਨੇ ਕਿਹਾ ਕਿ ਇਸ ਸਾਲ ਉਸ ਦੀ ਸੰਗਤ ਚੰਗੀ ਨਹੀਂ ਸੀ। ਉਸ ਨੂੰ ਸਮਝਾਓ ਅਤੇ ਚੰਗੇ ਬੱਚਿਆਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿਓ, ਕਿਉਂਕਿ ਸਿਆਣਿਆਂ ਦਾ ਕਥਨ ਹੈ, ਸੰਗ ਤਾਰੇ ਕੁਸੰਗ ਡੁੱਬੇ। ਨਸ਼ਿਆਂ ਦੀ ਦਲਦਲ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਕ ਬਹੁਤ ਹੀ ਹੋਣਹਾਰਾ ਵਿਦਿਆਰਥੀ ਰਹਿ ਗਿਆ। ਗੁਰਮੁਖ ਦੀ ਸੰਗਤ ਮਿਲੀ, ਉਹ ਨਸ਼ੇ ਛੱਡ ਗਿਆ। ਸਿਆਣਿਆਂ ਨੇ ਠੀਕ ਹੀ ਕਿਹਾ, ਸੰਗ ਤਾਰੇ ਤੇ ਕੁਸੰਗ ਡੁੱਬੇ। ਸੋ ਇਹ ਸਨ ਅਖੌਤਾਂ। ਅਭਿਆਸੀ ਕਾਰਜ ਤੁਸੀਂ ਕੀ ਕਰਨਾ ਹੈ? ਅਖੌਤਾਂ ਨੂੰ ਯਾਦ ਕਰਨਾ ਤਾਂ ਕਿ ਅਧੂਰੀ ਅਖੌਤ ਪ੍ਰੀਖਿਆ 'ਚ ਆ ਜਾਵੇ ਤਾਂ ਉਸ ਨੂੰ ਤੁਸੀਂ ਪੂਰੀ ਕਰ ਸਕੋ। ਵਰਤੋਂ ਦੀ ਸਥਿਤੀ ਦੱਸਣਾ, ਤੁਹਾਨੂੰ ਅਖੌਤ ਦੀ ਵਰਤੋਂ ਦੀ ਸਥਿਤੀ ਦਾ ਪਤਾ ਹੋਣਾ ਚਾਹੀਦਾ ਹੈ ਕਿ ਇਹ ਅਖੌਤ ਕਿਹੜੇ ਅਰਥਾਂ 'ਚ ਕਿੱਥੇ ਵਰਤੀ ਜਾਂਦੀ ਹੈ। ਤੇ ਹਰ ਅਖੌਤ ਨੂੰ ਘੱਟੋ ਘੱਟ 2-2, 4-4, 5-5 ਵਾਕਾਂ ਵਿੱਚ ਵਰਤ ਕੇ ਆਪਣੀਆਂ ਕਾਪੀਆਂ ਤੇ ਲਿਖਣਾ। ਇਹ ਤੁਹਾਡਾ ਘਰ ਦਾ ਕੰਮ ਹੈ। ਮੈਨੂੰ ਆਸ ਹੈ ਕਿ ਤੁਸੀਂ ਜਿਹੜਾ ਤੁਹਾਨੂੰ ਲੈਕਚਰ ਦਿੱਤਾ ਗਿਆ, ਦਿਖਾਇਆ ਗਿਆ, ਤੁਸੀਂ ਆਪਣੀ ਕਾਪੀਆਂ ਤੇ ਵੀ ਲਿਖਿਆ ਹੋਏਗਾ, ਸਮਝਿਆ ਵੀ ਹੋਏਗਾ ਤੇ ਆਮ ਬੋਲਚਾਲ ਦੇ ਵਿੱਚ ਇਹਨਾਂ ਅਖੌਤ ਕਰਦੇ ਆ। ਕਿਸੇ ਕਿਸਮ ਦੀ ਕੋਈ ਸਮੱਸਿਆ ਹੋਵੇ, ਮੇਰੇ WhatsApp ਨੰਬਰ ਤੇ ਜਿਹੜਾ ਕਿ ਮੈਂ ਨੰਬਰ ਦਿੱਤਾ ਹੋਇਆ, ਉਹਦੇ ਤੋਂ ਤੁਸੀਂ ਮੈਸੇਜ ਕਰਕੇ ਜਿਹੜਾ ਤੁਹਾਡਾ ਪ੍ਰਸ਼ਨ ਹੈ, ਕੁਐਰੀ ਹੈ, ਉਹਦਾ ਉੱਤਰ ਮੇਰੇ ਕੋਲੋਂ ਲੈ ਸਕਦੇ ਹੋ। ਤਦ ਤੱਕ ਲਈ ਸ਼ੁਕਰੀਆ।